ਕੀ ਹੁਣ ਸਿੱਖੀ ਦਾ ਏਜੰਡਾ ਦੀਪ ਸਿੱਧੂ ਅੱਗੇ ਲਾਗੂ ਕਰੂਗਾ? ਦੀਪ ਸਿੱਧੂ ਦੇ ਸਾਰੇ ਐਕਸ਼ਨਾਂ ਦੀ ਪ੍ਰੋੜਤਾ ਕਰਦੇ, ਜਦੋਂ ਉਹ ਕੁਝ ਗਲਤ ਲੱਗਦਾ ਤੇ ਉਹਨੂੰ ਕਹਿੰਦੇ ਆ ਕਿ ਬੱਚਾ ਆ, ਕੋਈ ਨਹੀਂ, ਗਲਤੀ ਹੈ। ਲਗਾਤਾਰ ਚਰਚਾ ਵੀ ਬਣੀ ਹੋਈ ਸੀ ਵੀ ਉਹ ਚੀਜ਼ਾਂ ਨਹੀਂ ਬੋਲਣੀ ਚਾਹੀਦੀਆਂ ਸੀ, ਕੋਈ ਹੱਕ 'ਚ ਨੇ ਕੋਈ ਉਹਨਾਂ ਦੇ ਪੱਖ 'ਚ ਨੇ। ਹੁਣ ਤੁਸੀਂ ਹੱਕ 'ਚ ਕੋ ਪੱਖ 'ਚ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ, ਮੈਨੂੰ ਪਹਿਲਾਂ ਇਹ ਦੱਸੋ, ਮੈਂ ਨਹੀਂ ਪੜ੍ਹੀਆਂ, ਤੁਸੀਂ ਕਿਉਂ ਜ਼ੂਮ ਕਰਦੇ ਕਿ ਮੈਂ ਅਜਮੇਰ ਸਿੰਘ ਨੂੰ ਵੀ ਪੜ੍ਹਦਾ? ਕਿਸਾਨ ਇੱਥੋਂ ਦੀ ਚਲੇ ਗਏ ਸੀ ਤਾਂ ਸਿਰਫ ਨੌਜਵਾਨ ਇਹੋ ਜਿਹੇ ਹੈਗੇ ਸੀ ਜਿਨ੍ਹਾਂ ਨੇ ਦਿੱਲੀ ਤੱਕ ਪੰਚਾਇਤ ਆ ਬਰਾੜੀ ਨਹੀਂ ਗਏ, ਇਹ ਸਾਰੀ ਨੌਜਵਾਨਾਂ ਦੀ ਹੈਗੀ ਸੀ। ਸ਼ੰਭੂ ਬਾਰਡਰ ਦੇ ਉੱਤੋਂ ਅੱਗੇ ਲੋਕ ਗਏ ਕਿ ਨਹੀਂ, ਉਹਦੇ 'ਚ ਘੱਟੋ ਘੱਟ ਇੰਨਾ ਤੇ ਬਿਲਕੁਲ ਸਾਫ਼ ਹੈ ਕਿ ਦੀਪ ਸਿੱਧੂ ਤੇ ਉਹਨਾਂ ਲੋਕਾਂ 'ਚ ਨਹੀਂ ਸੀ ਜਿਨ੍ਹਾਂ ਨੇ ਉੱਥੋਂ ਬੜੇ ਵੱਡੇ ਟਿੱਪਰ ਤੇ ਹੋਰ ਕਰੇਨਾਂ ਤੇ ਜੋ ਵੀ ਜਿਸ ਤਰੀਕੇ ਨਾਲ ਬਲੌਕ ਸੀ, ਅਸੀਂ ਉੱਥੇ ਖੜੇ ਸੀ, ਅਸੀਂ ਵੇਖਣ ਵਾਲੇ ਸੀ। ਨਾ ਉੱਥੇ ਅਜਮੇਰ ਸਿੰਘ ਹੁਣੀ ਸੀ, ਨਾ ਦੀਪ ਸਿੱਧੂ ਸੀ। ਵੀ ਤੇਰਾ ਤਜਰਬਾ ਕੀ ਆ? ਤੇਰੀ ਕੋਈ ਜਗ੍ਹਾ ਹੈ? ਤੇਰੀ ਕੋਈ ਜਥੇਬੰਦੀ ਹੈ? ਤੇਰਾ ਕਿਸਾਨਾਂ 'ਚ ਕੰਮ ਆ? ਤੇਰਾ ਨੌਜਵਾਨਾਂ 'ਚ ਕੰਮ ਆ? ਤੇਰੀ ਕੋਈ ਸਟੂਡੈਂਟ ਯੂਨੀਅਨ ਹੈਗੀ ਆ? ਕੱਲਾ ਹੀ ਉੱਠ ਕੇ ਤੂੰ ਆਪਣੇ ਜੋ ਛੱਜ ਬੰਨ੍ਹ ਲਿਆ ਆਪਣੇ ਪਿੱਛੇ ਆਪ ਹੀ, ਔਰ ਉਹਦੇ ਪਿੱਛੇ ਕੁਝ ਢੰਡੋਰ 'ਚ ਹੀ ਲੱਗ ਗਏ, ਔਰ ਚਾਹੁੰਦੇ ਹੋਏ ਹੈ ਕਿ ਇਹ ਸਾਰੀ ਮੂਵਮੈਂਟ ਨੂੰ ਅਸੀਂ ਆਪਣੀ ਮੋਹਰ ਉਹਦੇ 'ਤੇ ਲਾ ਲਈਏ। ਤੁਹਾਨੂੰ ਮੀਡੀਆ ਨੂੰ ਵੀ ਨਾ ਬਾਰ-ਬਾਰ ਉਹਦਾ ਕੋਈ ਨਾਂ ਨਹੀਂ ਲੈਣਾ ਚਾਹੀਦਾ। ਜਦੋਂ ਅਸੀਂ ਬਾਰ-ਬਾਰ ਡਿਸਕਸ ਕਰਦੇ ਹਾਂ ਤਾਂ ਉਹ ਅਗਲੇ ਨੂੰ ਐਵੇਂ ਤਾਂ ਚੜਾਉਣ ਦੀ ਤਾਂ ਗੱਲ ਵਿੱਚ ਹੋ ਹੀ ਜਾਂਦੀ ਹੈ, ਪਤਾ ਨਹੀਂ ਦੀਪ ਸਿੱਧੂ ਕਿਹੜੀ ਵੱਡੀ ਤੋਪ ਆ। ਇਸ ਸਾਰੀ ਮੂਵਮੈਂਟ ਦਾ, ਖਾਸ ਕਰ ਪੰਜਾਬੀਆਂ ਦਾ, ਐਡਾ ਵੱਡੇ ਕਤਲੇਆਮ ਦਾ ਰਿਸਕ ਲੈ ਲਿਆ ਸੀ, ਜਿਹੜਾ ਰੱਬੋਂ ਮਿਹਰ ਹੋ ਗਈ ਕਿ ਉਹ ਬਚ ਗਏ ਆ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਿਸ ਤਰੀਕੇ ਨਾਲ ਲਗਾਤਾਰ ਹੀ ਪੰਜਾਬ ਦੇ ਵਿੱਚ ਕਿਸਾਨੀ ਝੰਡੇ ਥੱਲੇ ਰੈਲੀਆਂ ਹੋ ਰਹੀਆਂ ਨੇ, ਹੁਣ ਕਿਸਾਨੀ ਝੰਡਾ ਸਿਆਸੀ ਪਾਰਟੀਆਂ ਨੇ ਵੀ ਚੁੱਕ ਲਿਆ। 21 ਮਾਰਚ ਨੂੰ ਆਮ ਆਦਮੀ ਪਾਰਟੀ ਰੈਲੀ ਹੁੰਦੀ ਹੈ, ਉਹ ਵੀ ਕਿਸਾਨੀ ਝੰਡੇ ਥੱਲੇ ਹੁੰਦੀ ਹੈ, ਪਰ ਕਿਤੇ ਨਾ ਕਿਤੇ ਰਾਜਨੀਤਿਕ ਰੈਲੀ ਬਣ ਕੇ ਰਹਿ ਜਾਂਦੀ ਹੈ। ਪੰਜਾਬ ਦੇ ਵਿੱਚ ਇਹ ਰੈਲੀਆਂ ਕਰਨ ਦਾ ਮਕਸਦ ਕੀ ਹੈ? ਆਪਾਂ ਨੂੰ ਪਹਿਲਾਂ ਹੀ ਜਿਵੇਂ ਪਤਾ ਹੈ ਕਿ 155 ਦੇ ਵਿੱਚੋਂ ਲਗਭਗ 130 ਤੋਂ 35 ਜਿਹੜੇ ਨੌਜਵਾਨ ਰਿਹਾ ਹੋ ਚੁੱਕੇ ਨੇ। ਉਸ ਤੋਂ ਬਾਅਦ ਲਗਾਤਾਰ ਪੰਜਾਬ 'ਚ ਰੈਲੀਆਂ ਹੁੰਦੀਆਂ ਨੇ, ਦੀ ਗੱਲ ਕੀਤੀ ਜਾਂਦੀ ਹੈ ਕਿ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਪਰ ਜਿਹੜੀ ਰੈਲੀਆਂ ਦੇ ਵਿੱਚ ਆਗੂ ਜਾਂਦੇ ਹੀ ਨਹੀਂ, ਜੋ ਜਥੇਬੰਦੀ ਦੇ ਆਗੂ ਜਾਂਦੇ ਨਹੀਂ, ਉਹ ਰੈਲੀਆਂ ਦਾ ਮਤਲਬ ਕੀ ਹੈ ਕਰਨ ਦਾ ਪੰਜਾਬ 'ਚ? ਕਿ ਵਾਕਈ ਹੀ ਕੁਝ ਰੈਲੀਆਂ ਦੇ ਕਾਰਨ ਪੰਜਾਬ 'ਚ ਕਿਸਾਨਾਂ ਨੂੰ ਢਾਹ ਲੱਗਦੀ ਜਾ ਰਹੀ ਹੈ। ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ। ਆਪਾਂ ਬੁੱਧੀਜੀਵੀਆਂ ਦੀ ਵੀ ਗੱਲ ਕਰਾਂਗੇ, ਉਹ ਪ੍ਰੋਫੈਸਰ ਮਨਜੀਤ ਸਿੰਘ ਨੇ ਵੀ ਗੱਲਬਾਤ ਕਰਾਂਗੇ ਕਿ ਵਾਕਈ ਹੀ ਕਿਤੇ ਕਿਸਾਨੀ ਝੰਡੇ ਹੇਠਾਂ ਜੇ ਸਿਆਸੀ ਪਾਰਟੀਆਂ ਰੈਲੀਆਂ ਕਰਨਗੀਆਂ ਕੀ ਰੈਲੀ ਨੂੰ ਨੁਕਸਾਨ ਹੋਊਗਾ, ਕਿ ਜੋ ਧਰਨੇ ਲੱਗੇ ਹੋਏ ਨੇ ਦਿੱਲੀ ਦੇ ਵਿੱਚ ਉਸ ਨੂੰ ਨੁਕਸਾਨ ਹੋਊਗਾ। ਸਾਡੇ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ, ਮੇਰਾ ਪਹਿਲਾ ਸਵਾਲ ਇਹ ਹੈ ਕਿ ਲਗਾਤਾਰ ਪੰਜਾਬ 'ਚ ਰੈਲੀਆਂ ਹੁੰਦੀ ਜਾ ਰਹੀਆਂ ਨੇ, ਜਿਹੜੀ ਰੈਲੀ ਦੇ ਵਿੱਚ ਕੋਈ ਕਿਸਾਨ ਆਗੂ ਨਹੀਂ ਹੈਗਾ, ਜਿਹਦੇ ਵਿੱਚ ਕਿਸਾਨਾਂ ਦੀ ਗੱਲ ਨਹੀਂ ਹੁੰਦੀ, ਤਾਂ ਲੱਗਦਾ ਕਿ ਪੰਜਾਬ ਵਿੱਚ ਉਹ ਰੈਲੀਆਂ ਨੂੰ ਢਾਹ ਲੱਗਦੀ ਜਾ ਰਹੀ ਹੈ ਜੋ ਕਿਸਾਨਾਂ ਦੇ ਹੱਕ ਵਿੱਚ ਹੋਣੀ ਚਾਹੀਦੀਆਂ ਨੇ। ਦੇਖੋ, ਇਹ ਤਾਂ ਬੜੀ ਸਾਫ਼ ਜ਼ਾਹਰ ਤੌਰ ਦੇ ਉੱਤੇ ਐਡਮਿਸ਼ਨ ਹੈਗੀ ਆ ਇਹਨਾਂ ਲੀਡਰਾਂ ਵੱਲੋਂ ਕਿ ਹੁਣ ਉਹਨਾਂ ਦਾ ਗੁਜ਼ਾਰਾ ਕਿਸਾਨ ਦਾ ਨਾਅਰਾ ਲਾਇਆ ਬਗੈਰ ਨਹੀਂ ਹੈ। ਨਹੀਂ ਤੇ ਉਹ ਕਿਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਕਰਨੀ ਸੀ। ਝੰਡੇ ਉੱਥੇ ਰੈਲੀ 'ਚ ਆਮ ਆਦਮੀ ਪਾਰਟੀ ਦੇ ਹੀ ਦਿਖਾਏ ਗਏ ਆ, ਔਰ ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਦੀ ਕੋਈ ਗੱਲ ਵੀ ਹੋਈ ਆ। ਦੋ ਚਾਰ ਉੱਪਰੋਂ ਗੱਲਾਂ ਕਰਤੀਆਂ ਹੋਣਗੀਆਂ। ਅਸਲੀਅਤ 'ਚ ਉਹਨਾਂ ਦਾ ਬਹੁਤਾ ਜ਼ਿਆਦਾ ਵੱਡੇ ਪੱਧਰ 'ਤੇ ਜਿਹੜਾ ਅਟੈਕ ਸੀਗਾ ਉਹ ਕਾਂਗਰਸ 'ਤੇ ਸੀਗਾ, ਬੀਜੇਪੀ 'ਤੇ ਅਟੈਕ ਨਹੀਂ। ਜਾਣੀ ਜਿਹਨੇ ਬੀਜੇਪੀ ਨੇ, ਜਿਨ੍ਹਾਂ ਨੇ ਸਾਰੇ ਜਿਹੜੇ ਵਜ੍ਹਾ ਬਣੇ ਆ ਕਿਸਾਨ ਏਡੇ ਵੱਡੇ ਅੰਦੋਲਨ ਦੇ, ਉਹਦੇ 'ਤੇ ਕੋਈ ਅਟੈਕ ਤੁਹਾਨੂੰ ਬਹੁਤਾ ਨਜ਼ਰ ਹੀ ਨਹੀਂ ਆ ਰਿਹਾ। ਇਸ ਲਈ ਇਹ ਇੱਕ ਕਿਸਮ ਦੀ ਆਪਣੇ ਤੌਰ ਦੇ ਉੱਤੇ ਇੱਕ ਪਾਸੇ ਤੇ ਇਸ ਗੱਲ ਨੂੰ ਮੰਨ ਲੈਣਾ ਕਿ ਹੁਣ ਜੇ ਪੰਜਾਬ ਦੇ ਵਿੱਚ ਕੋਈ ਵੀ ਰਾਜਨੀਤੀ ਕਰਨੀ ਆ, ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕਰਨੀ ਆ, ਤਾਂ ਬਿਨਾਂ ਕਿਸਾਨ ਤੇ ਮਜ਼ਦੂਰ ਦੇ ਨਾਂ ਲਿਆਂ ਬਗੈਰ ਹੋ ਨਹੀਂ ਸਕਦੀ। ਪਰ ਨਾਲ ਹੀ ਉਹ ਇਹ ਵੀ ਚਾਹੁੰਦੇ ਆ, ਕਿਉਂਕਿ ਉਹਨਾਂ ਦੀ ਇੱਕ ਪੋਲੀਟੀਕਲ ਵਿਚਾਰਧਾਰਾ, ਇੱਕ ਪੋਲੀਟੀਕਲ ਟਾਰਗੇਟ ਹੈ, ਉਹ ਵੋਟਾਂ ਕਿੱਥੋਂ ਝੜਨੀਆਂ, ਕਿੱਥੋਂ ਮਿਲਣੀਆਂ, ਉਹੋ ਜਿਹੀਆਂ ਬੀਨਾਂ ਵੀ ਉਹ ਵਜਾਉਂਦੇ ਆ। ਇਹੀ ਉੱਥੇ ਕੋਈ ਕੇਜਰੀਵਾਲ ਇਹੋ ਜਿਹਾ ਕੁਝ ਕਰਕੇ ਗਿਆ। ਮੈਂ ਇੱਥੇ ਗੱਲ ਦੱਸ ਦੇਣੀ ਚਾਹੁੰਦਾ ਵੀ ਜੇ ਸੱਚੀ ਮੁੱਚੀ ਹੀ ਇਹ ਕਿਸਾਨਾਂ ਦੇ ਹੱਕ 'ਚ ਕੁਝ ਕਰਨਾ ਹੁੰਦਾ, ਜੋ ਇੱਥੇ ਕਿਸਾਨਾਂ ਦਾ ਸੰਮੇਲਨ ਬਾਘਾ ਪੁਰਾਣਾ ਕਹਿ ਕੇ ਗਏ ਆ, ਤਾਂ ਫਿਰ ਦਿੱਲੀ 'ਚ ਕਰਦੇ ਨਾ। ਅੱਜ ਤੱਕ ਚੁੱਪ ਕਿਉਂ ਬੈਠੇ? ਸਾਨੂੰ ਤਾਂ 4 ਮਹੀਨੇ ਹੋ ਗਏ ਰੌਲਾ ਪਾਉਂਦਿਆਂ ਨੂੰ ਕਿ ਰੱਬ ਦਾ ਵਾਸਤਾ ਤੁਹਾਡੇ ਕੋਲ 62 MLA ਹੈਗੇ ਆ। ਜੇ ਤੁਸੀਂ 5 MLA ਦਾ ਗਰੁੱਪ ਬਣਾ ਕੇ ਰੋਜ਼ ਦੀ ਇੱਕ ਰੈਲੀ ਕਰਦੇ, ਤੁਹਾਡੇ 12 ਦਿਨ ਲੰਘ ਜਾਣੇ ਸੀਗੇ। ਉਦੋਂ ਬਾਅਦ ਤੁਸੀਂ ਇੱਕ ਵੱਡੀ ਰੈਲੀ 5-7 ਲੱਖ ਲੋਕਾਂ ਦੀ ਰਾਮਲੀਲਾ ਗਰਾਊਂਡ 'ਚ ਕਰਦੇ, ਉਹਦੇ ਬਾਰਡਰ ਦੇ ਉੱਤੋਂ ਸਾਰੇ ਕਿਸਾਨ ਲੀਡਰਾਂ ਨੂੰ ਉਹਦੇ 'ਚ ਬੁਲਾਉਂਦੇ। ਉਹਨਾਂ ਨੂੰ ਵੀ ਭਰੋਸਾ ਹੁੰਦਾ ਕਿ ਤੁਸੀਂ 12 ਰੈਲੀਆਂ ਉਹਨਾਂ ਦੇ ਹੱਕ 'ਚ ਪਹਿਲਾਂ ਕਰ ਚੁੱਕੇ ਆ, ਹੁਣ ਇਹ ਵੱਡੀ ਰੈਲੀ 'ਚ ਸਾਨੂੰ ਬੜੇ ਮਾਣ ਨਾਲ ਜਾਣਾ ਚਾਹੀਦਾ। ਇੱਥੇ ਆਉਣ ਦੀ ਲੋੜ ਹੀ ਨਹੀਂ ਸੀ। ਲੋਕਾਂ ਨੇ ਵੋਟਾਂ ਦਿੱਲੀ ਪਹੁੰਚਾ ਦੇਣੀਆਂ ਸੀ ਪੰਜਾਬ ਦੀਆਂ ਸਾਰੀਆਂ, ਉੱਥੇ ਹੀ ਬਕਸੇ ਭਾਵੇਂ ਰੱਖੇ ਹੁੰਦੇ, ਨਾਲੇ ਇਹਨੂੰ ਦਿੱਲੀ 'ਚ ਵੀ ਜਿਤਾਉਂਦੇ। ਇਹ ਦਿਲੋਂ ਸਿੰਸੀਅਰ ਨਹੀਂ ਹੈਗੇ, ਇਹ ਸਿਰਫ ਤੇ ਸਿਰਫ
ਕੁਝ ਉਸ ਕਿਸਮ ਦੀਆਂ ਹੀ ਰਾਜਨੀਤਿਕ ਚਾਲਬਾਜ਼ੀਆਂ ਹੈਗੀਆਂ ਜੇ ਉਹ ਬਾਕੀ ਪਾਰਟੀਆਂ ਕਰਦੀਆਂ। ਇੱਕ ਨੈਰੋ ਜਿਹਾ ਪੋਲੀਟੀਕਲ ਏਜੰਡਾ ਹੈਗਾ। ਲੋਕ ਤੇ ਇਹ ਵੀ ਗੱਲਾਂ ਕਰੀ ਜਾਂਦੇ ਆ ਕਿ ਦਿੱਲੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੋਂ ਖਾਤੀ ਕਾਂਗਰਸ ਨਾਲ ਸਮਝੌਤਾ ਹੋ ਚੁੱਕਾ। ਇਹ ਗੱਲਾਂ ਹਵਾ 'ਚ ਚੱਲੀਆਂ, ਇਹਦਾ ਕੋਈ ਆਧਾਰ ਨਹੀਂ ਹੈ ਕਿ ਇੱਥੇ ਝੂਠੀਆਂ ਮੁੱਠੀਆਂ ਜਿਹੀਆਂ ਰੈਲੀਆਂ ਕਰਨ ਆ ਗਏ ਆ। ਉਹ ਕਹਿੰਦਾ ਕਿ ਮੈਨੂੰ ਕਾਂਗਰਸ ਨੂੰ ਕਹਿੰਦਾ ਕਿ ਦਿੱਲੀ ਦੇ ਵਿੱਚ ਨਾ ਛੇੜੋ ਅਤੇ ਮੈਂ ਤੁਹਾਨੂੰ ਇੱਥੇ ਛੇੜਦਾ ਨਹੀਂ ਹੈ, ਤੁਸੀਂ ਜੇ ਆਪਣਾ ਕਰ ਸਕਦੇ ਆ ਤਾਂ ਕਰ ਲਓ। ਇਹੋ ਜਿਹੀਆਂ ਗੱਲਾਂ ਜਿਹੜੀਆਂ ਹਵਾ 'ਚ ਚੱਲ ਰਹੀਆਂ। ਹੁਣ ਦੂਸਰੇ ਪਾਸੇ ਆਪਾਂ ਗੱਲ ਕਰੀਏ, ਤੁਸੀਂ ਸਿਆਸਤ ਦੀ ਗੱਲ ਕੀਤੀ ਹੈ, ਜਿਹੜੀ ਸਿਆਸਤ ਤੋਂ ਬਿਨਾਂ ਰੈਲੀਆਂ ਹੁੰਦੀਆਂ ਪਈਆਂ ਕਿਸਾਨ ਝੰਡੇ ਹੇਠਾਂ ਆਪਾਂ ਦੇਖਿਆ ਸੀ ਕਿ ਉੱਥੇ ਕਿਸਾਨ ਆਗੂ ਵੀ ਨਹੀਂ ਜਾਂਦੇ, ਕਿਸਾਨ ਆਗੂ ਦੀ ਸਹਿਮਤੀ ਵੀ ਨਹੀਂ ਹੁੰਦੀ ਵੀ ਰੈਲੀਆਂ ਕਰਨੀਆਂ ਨੇ, ਫਿਰ ਵੀ ਪੰਜਾਬ 'ਚ ਰੈਲੀਆਂ ਹੋ ਰਹੀਆਂ ਨੇ। ਫਿਰ ਤੁਹਾਨੂੰ ਲੱਗਦਾ ਕਿ ਢਾਹ ਲੱਗਦੀ ਜਾ ਰਹੀ ਹੈ ਕਿ ਤੁਹਾਨੂੰ ਯਾਦ ਵੀ ਹੋਣਾ ਕਿ ਬੁੱਧੀਜੀਵੀ ਨੇ ਲਿਖ ਵੀ ਦਿੱਤਾ ਸੀ ਕਿ ਮਾਫੀ ਮੰਗਣ, ਮਾਫੀ ਕਿਸ ਤੋਂ ਮੰਗਣ, ਵੀ ਜਥੇਬੰਦੀ ਮਾਫੀ ਕਿਸ ਤੋਂ ਮੰਗਣ, ਲੱਖੇ ਸਾਣੇ ਤੋਂ ਮੰਗਣ, ਦੀਪ ਸਿੱਧੂ ਤੋਂ ਮੰਗਣ, ਉਦੋਂ ਕਿਤੋਂ ਮੰਗਣ, ਕਿਸ ਤੋਂ ਮਾਫੀ ਮੰਗਣ, ਉਸ ਲੈ ਕੇ ਬੜਾ ਬਵਾਲ ਚੱਲਿਆ ਸੀ। ਫਿਰ ਤੁਹਾਨੂੰ ਲੱਗਦਾ ਵੀ ਰੈਲੀਆਂ ਹੋਣੀ ਚਾਹੀਦੀਆਂ ਪੰਜਾਬ 'ਚ, ਵਾਕਈ ਢਾਹ ਲੱਗਦੀ ਪਈ ਹੈ? ਦੇਖੋ, ਰੈਲੀਆਂ ਤੇ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ। ਮੈਂ ਕਰਨਾ ਚਾਹਾਂ ਮੈਂ ਕਰ ਸਕਦਾ, ਕੋਈ ABC ਕਰਨਾ ਚਾਹੇ ਤੇ ਕਰ ਸਕਦਾ। ਪਰ ਇਸ ਵੇਲੇ ਦੋ ਕਿਸਮ ਦੀਆਂ ਰੈਲੀਆਂ ਵਿਜੇ ਜੀ ਹੋ ਰਹੀਆਂ। ਇੱਕ ਹੈ ਅੰਦੋਲਨ ਜੀਵੀਆਂ ਦੀਆਂ ਜਿਹੜੀਆਂ ਕਿਸਾਨਾਂ ਦੇ ਵੱਡੇ ਮਹਾਜ ਦੇ ਨਾਲ ਖੜੇ ਆ। ਦੂਸਰੀਆਂ ਰੈਲੀਆਂ ਹੈਗੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜਾ ਸੱਤਾਜੀਵੀ ਹੈਗੇ। ਇੱਕ ਇਹ ਤੀਜੀ ਧਿਰ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਹਾਂ। ਉਹ ਕਹਿੰਦੇ ਤਾਂ ਹੈ ਅਸੀਂ ਕਿਸਾਨਾਂ ਦੇ ਨਾਲ ਆ, ਪਰ ਅੰਦਰੋਂ ਹੈਗੇ ਲੁਕੇ ਛਿਪੇ ਸੱਤਾਜੀਵੀ ਹੈ। ਉਹ ਵੀ ਚਾਹੁੰਦੇ ਆ ਕਿ ਅਸੀਂ ਡੌਰੂ ਤੇ ਕਿਸਾਨਾਂ ਦੇ ਨਾਂ 'ਤੇ ਵਜਾਈਏ, ਜਿਵੇਂ ਕੇਜਰੀਵਾਲ ਵਜਾ ਕੇ ਗਿਆ। ਹੁਣ ਕੇਜਰੀਵਾਲ ਇਹ ਤਾਂ ਕਹਿ ਨਹੀਂ ਸਕਦਾ ਕਿ ਮੇਰੀ ਕੋਈ ਪਾਰਟੀ ਨਹੀਂ ਹੈਗੀ। ਜੇ ਇਹ ਨਾ ਪਾਰਟੀ ਹੁੰਦੀ ਤਾਂ ਇਹਨੇ ਵੀ ਉਹਨਾਂ ਲੋਕਾਂ ਵਾਂਗੂ ਹੀ ਡੌਰੂ ਵਜਾਉਣਾ ਸੀਗਾ ਰਾਜਨੀਤੀ ਦਾ, ਜਿਸ ਤਰੀਕੇ ਨਾਲ ਹੋਰ ਗਰੁੱਪ ਕੋਈ ਕਰ ਰਹੇ ਆ। ਮੇਰਾ ਖਿਆਲ ਉਹਨਾਂ ਨੂੰ ਸਾਫ਼-ਸਾਫ਼ ਕਰਨਾ ਚਾਹੀਦਾ ਆ ਕਿ ਇਸ ਤਰ੍ਹਾਂ ਅਲੱਗ-ਅਲੱਗ ਕਿਸਾਨਾਂ ਦੇ ਨਾਂ 'ਤੇ ਰੈਲੀਆਂ ਕਰਨ ਦੀ ਜਗ੍ਹਾ ਸਮੁੱਚਾ ਦੇਸ਼ ਤੇ ਵਿਦੇਸ਼ ਦੇ ਲੋਕ, ਪੰਜਾਬੀ, ਹੋਰ ਸਾਰੇ ਦੇਸ਼ ਦੇ ਕਿਸਾਨ ਵੀਰ ਭਾਈ ਸਾਰੇ ਇਸ ਗੱਲ 'ਤੇ ਖੜੇ ਆ ਕਿ ਇਸ ਵੇਲੇ ਜੇ ਮੋਦੀ ਨੇ ਆਪਣੇ ਹੀ ਦੇਸ਼ ਦੇ ਲੋਕਾਂ ਦੇ ਉੱਤੇ, ਮਜ਼ਦੂਰਾਂ ਵੀ, ਨੌਜਵਾਨਾਂ ਸਾਰਿਆਂ 'ਤੇ ਹਮਲਾ ਕੀਤਾ, ਉਹਦਾ ਜਵਾਬ ਦੇਣ ਦਾ ਮੌਕਾ ਆ ਗਿਆ। ਜੇ ਹੁਣ ਨਾ ਸੰਭੇ ਤਾਂ ਫਿਰ ਇਹ ਸਾਨੂੰ ਖਦੇੜ ਦੂ, ਇਹੋ ਜਿਹਾ ਪੈਰਾਂ ਤੋਂ ਹਿਲਾ ਦੂਗਾ ਕਿ ਸਾਡੇ ਦੁਬਾਰਾ ਪੈਰ ਲੱਗਣੇ ਮੁਸ਼ਕਲ ਹੋ ਜਾਣਗੇ। ਆਪਾਂ ਫਿਰ ਬਹੁਤ ਛੋਟੀਆਂ ਗੱਲਾਂ 'ਚ ਕਿਉਂ ਪੈਂਦੇ ਆ ਵਿਜੇ ਜੀ ਕਿ ਮੈਨੂੰ 4 ਸੀਟਾਂ ਮਿਲ ਜਾਣ, ਮੇਰਾ ਨਾਂ ਹੋ ਜੇ, ਮੈਨੂੰ ਫਲਾਨੀ ਜਗ੍ਹਾ 'ਤੇ ਇੰਝ ਨਹੀਂ ਬੋਲਣ ਦਿੱਤਾ, ਮੈਂ ਇਸ ਕਰਕੇ ਫਿਰ ਇਸ ਤਰ੍ਹਾਂ ਕਰ ਰਿਹਾ। ਇਹਦੇ ਤੋਂ ਜੇ ਅਵਾਇਡ ਕਰਾਂਗੇ, ਇੱਕ ਪਾਸੇ ਤੇ ਅਸੀਂ ਲੋਕਾਂ ਦੀ ਮਹਿਮਾ ਵੀ ਲਵਾਂਗੇ, ਉਹਨਾਂ ਦੀ ਸ਼ੋਹਰਤ ਦਾ ਵੀ ਹੱਕਦਾਰ ਹੋਵਾਂਗੇ, ਔਰ ਦੂਸਰਾ ਮੇਰਾ ਖਿਆਲ ਉਹਨਾਂ ਦੇ ਜਿਹੜੇ ਮਨਸੇ ਹੈਗੇ ਆ ਉਹ ਵੀ ਉਸੇ 'ਚ ਹੀ ਏਕਤਾ ਦੇ ਵਿੱਚ, ਇੱਕ ਸਦਭਾਵਨਾ ਬਣਾਏ ਰੱਖਣ ਦੇ ਵਿੱਚ ਉਹਨਾਂ ਦੇ ਮਨਸੇ ਵੀ ਪੂਰੇ ਹੋਣ। ਤੁਹਾਨੂੰ ਮਸਤੂਆਣਾ ਰੈਲੀ ਕਿੱਦਾਂ ਦੇਖਦੇ ਹੋ? ਬਿਲਕੁਲ ਹੱਕ 'ਚ ਕੀਤੀ ਗਈ ਕਿਸਾਨਾਂ ਦੇ, ਕਿ ਲੱਗਦਾ ਕਿ ਇੱਕ ਪਹਿਲ ਰੈਲੀ ਲਗਾ ਦਿੱਤੀ ਗਈ ਸੀ ਜਥੇਬੰਦੀਆਂ? ਨਹੀਂ, ਦੇਖੋ, ਜੇ ਜਥੇਬੰਦੀਆਂ ਵੱਲੋਂ ਰੈਲੀ ਹੋਊਗੀ ਤਾਂ ਉੱਥੇ ਜਥੇਬੰਦੀਆਂ ਦੇ ਲੀਡਰ ਵੀ ਆਉਣਗੇ। ਹੁਣ ਅਸੀਂ ਵੀ 28 ਤਰੀਕ ਨੂੰ ਰੈਲੀ ਲੁਧਿਆਣੇ ਦੇ ਵਿੱਚ ਬਹੁਤ ਸਾਰੇ SR ਲੱਦੜ ਜੀ ਆ, ਜਗਤਾਰ ਸਿੰਘ, ਹੋਰ ਅਸੀਂ ਬਹੁਤ ਸਾਰੇ ਹੋਰ ਲੀਡਰ ਮਿਲ ਕੇ ਉਹਦੇ 'ਚ ਇਹੋ ਜਿਹੇ ਸੇਵੇ ਵਾਲਾ ਵੀ ਲੀਡਰ ਆ ਰਹੇ ਆ ਜਿਹੜੇ ਕਿ ਮਜ਼ਦੂਰਾਂ ਦੇ ਲੀਡਰ ਹੈ, ਅਗਰਾਹਾਂ ਦੀ ਯੂਨੀਅਨ ਦੇ। ਇਸੇ ਤਰੀਕੇ ਨਾਲ ਰਾਜੇਵਾਲ ਨੂੰ ਜਾਂ ਹੋਰ ਨਾਲ ਆਪਾਂ ਬੁਲਾਇਆ ਹੋਇਆ, ਕਾਦੀਆਂ ਸਾਹਿਬ ਵੀ ਉੱਥੇ ਆਉਣਗੇ। ਮੈਂ ਕਹਿੰਦਾ ਕਿ ਅਸੀਂ ਉਹਨਾਂ ਨੂੰ ਨਾਲ, ਉਹਨਾਂ ਦੀ ਸਹਿਮਤੀ, ਉਹਨਾਂ ਦੀ ਪਰਮਿਸ਼ਨ ਲੈ ਕੇ ਕਰ ਰਹੇ ਹਾਂ ਤਾਂ ਕਿ ਏਕਾ ਲੱਗੇ। ਹਾਲਾਂਕਿ ਉਹਦੇ 'ਚ ਜ਼ਿਆਦਾ ਦਲਿਤ ਭਾਈਚਾਰਾ, ਮਜ਼ਦੂਰ ਹੋਣਗੇ। ਇਸ ਤਰੀਕੇ ਨਾਲ ਤੁਸੀਂ ਜੇ ਇੱਕਮਿਕ ਹੋ ਕੇ ਚੱਲੋਗੇ, ਜਾਣੀ ਜਿਹੜੀ ਹੁਣ ਵਾਲੀ ਕਿਸਾਨਾਂ ਦੀ ਮੂਵਮੈਂਟ ਆ ਉਹਦੇ ਆਧਾਰ ਨੂੰ ਹੋਰ ਵਿਸ਼ਾਲ ਕਰੋਗੇ, ਚੌੜਾ ਕਰੋਗੇ, ਉਹਦੇ ਵਿੱਚ ਹੋਰ ਲੋਕ ਲੈ ਕੇ ਆਓਗੇ, ਤਾਂ ਉਹ ਜਿਹੜਾ ਸਾਡਾ ਸੰਘਰਸ਼ ਆ, ਸਾਡੀ ਜਿਹੜੀ ਸਾਰੀ ਮੂਵਮੈਂਟ ਆ, ਉਹਦੇ 'ਚ ਵਜਨ ਵੀ ਆਊਗਾ, ਉਹ ਇੱਕ ਅੱਗੇ ਉਹਦਾ ਮੋਮੈਂਟਮ ਵੀ ਵਧੂਗਾ, ਉਹਦੇ 'ਚ ਉਹਨੂੰ ਸ਼ਕਤੀ ਮਿਲੂਗੀ। ਪਰ ਜੇ ਅਸੀਂ ਅਲੱਗ-ਅਲੱਗ ਕਰਾਂਗੇ ਤਾਂ ਕੁਦਰਤੀ ਹੈ ਅਸੀਂ ਟੈਂਪਰੇਰੀਲੀ ਆਪਣੀ ਨਿੱਜੀ ਤੌਰ 'ਤੇ ਬਹਿ ਜਾ ਵਾਹ ਤੇ ਕਰਵਾ ਲਾਂਗੇ, ਪਰ ਅਸੀਂ ਇੱਕ ਤੇ ਉਸ ਮਕਸਦ ਨੂੰ ਕਮਜ਼ੋਰ ਕਰ ਰਹੇ ਹੋਵਾਂਗੇ। ਮੇਰਾ ਅਜਮੇਰ ਸਿੰਘ ਦੀ ਗੱਲਾਂ ਨੂੰ ਕਿੱਦਾਂ ਦੇਖਦੇ ਹੋ? ਜੋ ਰੈਲੀ 'ਚ ਕਹੀਆਂ ਗਈਆਂ ਸੀ, ਲਗਾਤਾਰ ਚਰਚਾ ਵੀ ਬਣੀ ਹੋਈ ਸੀ ਵੀ ਉਹ ਚੀਜ਼ਾਂ ਨਹੀਂ ਬੋਲਣੀ ਚਾਹੀਦੀਆਂ ਸੀ, ਕੋਈ ਹੱਕ 'ਚ ਨੇ, ਕੋਈ ਉਹਨਾਂ ਦੇ ਪੱਖ 'ਚ ਨੇ। ਹੁਣ ਤੁਸੀਂ ਹੱਕ 'ਚ ਕੋਈ ਪੱਖ 'ਚ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ? ਮੈਨੂੰ ਪਹਿਲਾਂ ਇਹ ਦੱਸੋ, ਮੈਂ ਨਹੀਂ ਪੜ੍ਹੀਆਂ, ਤੁਸੀਂ ਕਿਉਂ ਅਜੂਮ ਵੀ ਕਰਦੇ ਕਿ ਮੈਂ ਅਜਮੇਰ ਸਿੰਘ ਨੂੰ ਵੀ ਪੜ੍ਹਦਾ? ਜੇ ਅਜਮੇਰ ਸਿੰਘ ਦੀ ਜਿਹੜੀ ਗੱਲ ਮੈਂ ਪੜ੍ਹੀ ਨਹੀਂ, ਉਹਦੇ ਬਾਰੇ ਮੈਂ ਕੀ ਕਮੈਂਟ? ਰੈਲੀ ਦੀ ਗੱਲ ਕਰ ਰਹੇ ਜੋ ਸਟੇਜ ਤੋਂ ਉਹਨਾਂ ਨੇ ਕਹੀ ਸੀ, ਮੈਨੂੰ ਨਹੀਂ ਪਤਾ ਅਜਮੇਰ ਸਿੰਘ ਕੀ ਬੋਲੇ। ਮੈਨੂੰ ਜੇ ਦੱਸੋਗੇ ਤਾਂ ਥੋੜ੍ਹਾ ਜਿਹਾ ਮੈਂ ਉਹਦੇ ਬਾਰੇ ਕਮੈਂਟ ਦੇ ਸਕਦਾ। ਹੋਸ਼ ਤੇ ਜੋਸ਼ ਦੀ ਗੱਲ ਕਰਦੇ ਨੇ ਕਿ ਕਿਸਾਨ ਇੱਥੋਂ ਦੀ ਚਲੇ ਗਏ ਸੀ ਤਾਂ ਸਿਰਫ ਨੌਜਵਾਨ ਇਹੋ ਜਿਹੇ ਹੈਗੇ ਸੀ ਜਿਨ੍ਹਾਂ ਨੇ ਦਿੱਲੀ ਤੱਕ ਪਹੁੰਚਾਤਾ, ਬਰਾੜੀ ਨਹੀਂ ਗਏ, ਇਹ ਸਾਰੀ ਨੌਜਵਾਨਾਂ ਦੀ ਹੈਗੀ ਸੀ। ਕਿਤੇ ਨਾ ਕਿਤੇ ਦਰਕਨਾਰ ਕਰਦੇ ਨੇ ਜਥੇਬੰਦੀ ਦੀਆਂ ਗੱਲਾਂ ਨੂੰ। ਦੇਖੋ, ਇਹ ਦੀਪ ਸਿੱਧੂ ਵੀ ਲਗਾਤਾਰ ਕਰਦਾ ਰਿਹਾ ਤੇ ਹੋਰ ਵੀ ਕਈ ਇਹੋ ਜਿਹੇ ਹੋ ਸਕਦੇ, ਜਿਹਦੇ ਵਿੱਚ ਮੈਂ ਬੜਾ ਹੈਰਾਨ ਹਾਂ ਕਿ ਅਜਮੇਰ ਸਿੰਘ ਜੀ ਸੀਨੀਅਰ ਸਿੱਖ ਸਕਾਲਰ ਦੇ ਤੌਰ 'ਤੇ ਐਕਸੈਪਟ ਹੁੰਦੇ ਆ। ਕੀ ਹੁਣ ਸਿੱਖੀ ਦਾ ਏਜੰਡਾ ਦੀਪ ਸਿੱਧੂ ਅੱਗੇ ਲਾਗੂ ਕਰੂਗਾ? ਉਹ ਕਿਸੇ ਨਾ ਕਿਸੇ ਟੇਢੇ ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ
ਦੀਪ ਸਿੱਧੂ ਦੇ ਸਾਰੇ ਐਕਸ਼ਨਾਂ ਦੀ ਪ੍ਰੋੜਤਾ ਕਰਦੇ। ਜਦੋਂ ਉਹ ਕੁਝ ਗਲਤ ਲੱਗਦਾ ਤੇ ਉਹਨੂੰ ਕਹਿੰਦੇ ਆ ਕਿ ਬੱਚਾ ਆ, ਕੋਈ ਨਹੀਂ, ਗਲਤੀ ਹੈ। ਪਰ ਜੇ ਕੋਈ ਹੋਰ ਉਹੋ ਜਿਹੀ ਗੱਲ ਕਰੇ ਤੇ ਫਿਰ ਉਹ ਬਹੁਤ ਵੱਡੀ ਪੱਜਰ ਗਲਤੀ ਹੈ। ਮੈਨੂੰ ਲੱਗਦਾ ਕਿ ਸਾਨੂੰ ਦੀਪ ਸਿੱਧੂ ਦੇ ਫਨੋਮਨੇ 'ਚੋਂ ਕੁਝ ਸਿੱਖ ਮੁੱਦਿਆਂ ਦੀ ਜਾਂ ਸਿੱਖ ਏਜੰਡੇ ਦੀ ਗੱਲ ਕੱਢਣ ਦੀ ਉਮੀਦ ਰੱਖਣਾ, ਇਹ ਸਾਡੀ ਇੱਕ ਆਪਣਾ ਬਚਪਨਾ ਹੋਊਗਾ, ਸਾਡੀ ਇੱਕ ਭੁੱਲ ਹੋਊਗੀ। ਉਹ ਆਉਣ ਵਾਲੇ ਸਮੇਂ 'ਚ ਹੋਰ ਵੀ ਸਾਫ਼ ਹੋ ਜਾਊਗਾ। ਜਿੱਥੇ ਤੱਕ ਰਹੀ ਗੱਲ ਕਿ ਇਹ ਸਮਝਣਾ ਕਿ ਕਿਹਨੇ ਉੱਥੇ ਜਦੋਂ ਸ਼ੰਭੂ ਬਾਰਡਰ ਦੇ ਉੱਤੋਂ ਅੱਗੇ ਲੋਕ ਗਏ ਕਿ ਨਹੀਂ, ਉੱਥੇ 'ਚ ਘੱਟੋ ਘੱਟ ਇੰਨਾ ਤਾਂ ਬਿਲਕੁਲ ਸਾਫ਼ ਹੈ ਕਿ ਦੀਪ ਸਿੱਧੂ ਤੇ ਉਹਨਾਂ ਲੋਕਾਂ 'ਚ ਨਹੀਂ ਸੀ ਜਿਨ੍ਹਾਂ ਨੇ ਉੱਥੋਂ ਬੜੇ ਵੱਡੇ ਟਿੱਪਰ ਤੇ ਹੋਰ ਕਰੇਨਾਂ ਤੇ ਜੋ ਵੀ ਜਿਸ ਤਰੀਕੇ ਨਾਲ ਬਲੌਕ ਸੀ, ਅਸੀਂ ਉੱਥੇ ਖੜੇ ਸੀ, ਅਸੀਂ ਵੇਖਣ ਵਾਲੇ ਸੀ। ਨਾ ਉੱਥੇ ਅਜਮੇਰ ਸਿੰਘ ਹੁਣੀ ਸੀ, ਨਾ ਦੀਪ ਸਿੱਧੂ ਸੀ। ਨੌਜਵਾਨ ਸੀਗੇ, ਪਰ ਉਹ ਨੌਜਵਾਨ ਪੰਜਾਬ ਦੇ ਆ, ਜਿਹੜੇ ਕਮਿਟਡ ਨੌਜਵਾਨ ਸੀ। ਉਹ ਕਿਸੇ ਵੀ ਵਿਚਾਰਧਾਰਾ ਦੇ ਹੋਣ, ਕਿਸੇ ਵੀ ਸਮੁਦਾਇ ਦੇ ਹੋਣ, ਉਹਨਾਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਆਪਣੇ ਜੀਵਨ ਨੂੰ ਰਿਸਕ 'ਚ ਪਾ ਕੇ ਉਹ ਬਲੌਕੇਡ ਹਟਾਏ, ਜਿਹਦੇ ਨਾਲ ਕਿਸਾਨ ਉਹਨਾਂ ਦੇ ਪਿੱਛੇ ਅਲੀ ਕਰਦੇ ਗਏ। ਹਾਂ, ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਕਿ ਇੱਕ ਵੇਲੇ ਕਿਸਾਨ ਲੀਡਰ ਇਹ ਸੋਚਦੇ ਸੀ ਕਿ ਇਹ ਸਾਡੀ ਐਡੀ ਵੱਡੀ ਮੂਵਮੈਂਟ ਆ ਕਿ ਅਸੀਂ ਇੰਝ ਨਾ ਹੋਵੇ ਕਿ ਪੁਲਿਸ ਦੀਆਂ ਗੋਲੀਆਂ ਦੇ ਨਾਲ ਕੁਝ ਬੰਦੇ ਇਹੋ ਜਿਹੀ ਕਲੈਸ਼ ਹੋ ਜੇ ਤੇ ਜੇ ਵਾਇਲੈਂਸ ਹੋ ਜੇ, ਬੰਦੇ ਜ਼ਖਮੀ ਹੋ ਜਾਣ, ਕੁਝ ਹੋ ਜੇ ਤੇ ਸਾਡੇ ਮੁੱਦੇ ਤੇ ਇੱਕ ਪਾਸੇ ਰਹਿ ਜਾਣ, ਅਸੀਂ ਫਿਰ ਹੋਰ ਦੂਜੇ ਪਾਸੇ ਜਿਹੜੇ ਆ ਉਸ ਵਾਇਲੈਂਸ ਦਾ ਮੁਕਾਬਲਾ ਕਿਵੇਂ ਕਰਨਾ ਜਾਂ ਉਹਦੇ 'ਚੋਂ ਬਾਹਰ ਕਿਵੇਂ ਆਉਣਾ, ਉੱਧਰ ਨੂੰ ਮੂਵਮੈਂਟ ਚਲੇ ਜਾਏ। ਅਤੇ ਉਹਨਾਂ ਦਾ ਬਰੋਡਲੀ ਇਹ ਫੈਸਲਾ ਕਰਕੇ ਇਹ ਉੱਥੇ ਅਪਰੋਚ ਸੀਗੀ ਕਿ ਆਪਾਂ ਉਸ ਕਿਸਮ ਦੀ ਸਵੀਅਰ ਕਨਫਰੰਟੇਸ਼ਨ 'ਚ ਨਹੀਂ ਪੈਣਾ। ਪਰ ਜਦੋਂ ਨੌਜਵਾਨਾਂ ਨੇ ਉੱਥੇ ਉਹ ਸਾਰੇ ਬਲੌਕੇਡ ਤੋੜੇ, ਉਹ ਪਿੱਛੇ ਨਹੀਂ ਹਟੇ, ਉਹਨਾਂ ਨੂੰ ਕੋਈ ਬੁਰਾ ਭਲਾ ਨਹੀਂ ਕਿਹਾ। 26 ਨਵੰਬਰ ਤੇ ਜਾਣਾ, 26 ਨਵੰਬਰ ਨੂੰ ਜਦੋਂ ਚੱਲੇ ਸੀ ਪੰਜਾਬ 'ਚੋਂ, ਇੱਕੋ ਗੱਲ ਹੋਈ ਸੀ ਕਿ ਜੋ 32 ਜਥੇਬੰਦੀਆਂ ਕਹਿਣਗੀਆਂ ਅਸੀਂ ਉਹੀ ਕਰਾਂਗੇ, ਅਸੀਂ ਉਹਨਾਂ ਦੇ ਆਦੇਸ਼ ਦੇ ਤਹਿਤ ਚੱਲਾਂਗੇ, ਅਸੀਂ ਕੋਈ ਵੀ ਆਪਦਾ ਅਲੱਗ ਪਲਾਨ ਜਾਂ ਅਲੱਗ ਅਸੀਂ ਕੋਈ ਵੀ ਪੰਜਾਬ ਦੇ ਵਿੱਚ ਆਵਾਜ਼ ਨਹੀਂ ਦਾਂਗੇ। ਫਿਰ ਇਹੋ ਜਿਹਾ ਕੀ ਹੋ ਜਾਂਦਾ, ਹੁਣ ਅਲੱਗ-ਅਲੱਗ ਸਟੇਜਾਂ ਵੀ ਲੱਗਣੀ ਸ਼ੁਰੂ ਹੋ ਜਾਂਦੀਆਂ ਨੇ, ਕੋਈ ਦੀਪ ਸਿੱਧੂ ਦੇ ਹੱਕ 'ਚ ਆ ਜਾਂਦਾ, ਕੋਈ ਕਹਿੰਦਾ ਨੂੰ ਹੱਕ 'ਚ ਰੱਖਣਾ ਚਾਹੀਦਾ, ਕੋਈ ਖਿਲਾਫ ਚਲਾ ਜਾਂਦਾ। ਹੁਣ ਇਹੋ ਜਿਹਾ ਕੀ ਵਾਪਰੀ ਜਾਂਦਾ ਲੱਗਦਾ ਪੰਜਾਬ 'ਚ? ਇਹ ਸਾਡੇ ਕਈ ਬੰਦਿਆਂ ਦੀ ਬੜੀ ਗਲਤ ਸੋਚ ਹੈ। ਉਹਨਾਂ ਨੂੰ ਇੰਝ ਲੱਗਦਾ ਕਿ ਸ਼ਾਇਦ ਇਹ ਮੂਵਮੈਂਟ ਸਾਡੇ ਕਰਕੇ ਹੈਗੀ ਆ। ਅਸੀਂ ਤੇ ਇਹ ਸਮਝਦੇ ਹਾਂ ਵੀ ਇਹ ਜਿਹੜਾ ਇੱਕ ਕੁਦਰਤੀ ਇਹੋ ਜਿਹਾ ਮਾਹੌਲ ਬਣ ਗਿਆ ਕਿ ਹਮਲਾ ਹੀ ਮਜ਼ਦੂਰਾਂ ਤੇ ਕਿਸਾਨਾਂ ਤੇ ਐਡਾ ਤਾਬੜਤੋੜ ਸਿੱਧੇ ਤੌਰ ਤੇ ਕਲੀਅਰ ਹਮਲਾ ਵੱਡਾ ਕੀਤਾ ਮੋਦੀ ਨੇ ਕਿ ਸਾਰੇ ਕਿਸਾਨ ਜੋ ਅਲੱਗ-ਅਲੱਗ ਯੂਨੀਅਨਾਂ ਸੀ, ਅਲੱਗ-ਅਲੱਗ ਸਮੁਦਾਇ ਦੇ ਲੋਕ ਸੀ, ਕਿੰਨੇ ਬਖੇੜੇ ਪਏ ਕਿਸਾਨ ਯੂਨੀਅਨਾਂ, ਤਾਈਆਂ 32 ਬਣੀਆਂ ਨਾ, ਕਿਉਂਕਿ 32 ਕਿਸਮ ਦੇ ਬਖੇੜੇ ਤੇ ਹੋਣਗੇ ਹੀ ਨਾ। ਉਹ ਕਿਵੇਂ ਇਕੱਠੀਆਂ ਹੋ ਗਈਆਂ? ਉਹ ਇੰਨੀ ਕਿਤੇ ਘੱਟੋ ਘੱਟ ਆਪਾਂ ਸਾਰੇ ਸਮਝਦਾਰੀ ਦਿਖਾਈਏ। ਹੁਣ ਅਸੀਂ ਉਹ ਯੂਨੀਅਨਾਂ ਕੋਈ 40 ਸਾਲ ਪੁਰਾਣੀ, ਕੋਈ 50 ਸਾਲ ਜਾਂ 50 ਨਹੀਂ ਤੇ ਘੱਟੋ ਘੱਟ 40 ਸਾਲ ਪੁਰਾਣੀਆਂ ਯੂਨੀਅਨਾਂ ਹੈਗੀਆਂ, ਕੁਝ 10 ਸਾਲ ਹੋਣਗੀਆਂ, ਕੋਈ 5 ਸਾਲ ਪੁਰਾਣੀਆਂ ਵੀ ਉਹਨਾਂ 32 'ਚ ਹੋਣਗੀਆਂ। ਉਹਨਾਂ ਦੀ ਜਗ੍ਹਾ ਅਚਾਨਕ ਕੋਈ ਬੰਦਾ ਉੱਥੇ ਐਕਟਿੰਗ ਕਰਦਾ ਇੱਥੋਂ ਬੰਬੇ ਤੋਂ ਇੱਥੇ ਆ ਜਾਏ ਕਿ ਮੈਨੂੰ ਤਾਂ ਪੰਜਾਬ ਦਾ ਹਿੱਤ ਜਾਗ ਗਿਆ ਜੀ ਬਹੁਤ ਜ਼ਿਆਦਾ। ਹੁਣ ਤੇ ਮੈਂ ਤਾਂ ਚਾਹੁੰਦਾ ਕਿ ਇੱਥੇ ਕੁਛ ਹੋਣਾ ਚਾਹੀਦਾ। ਔਰ ਇਕੱਲਾ ਇਹ ਹੀ ਨਹੀਂ ਕਿ ਤਿੰਨੇ ਕਾਨੂੰਨ ਵਾਪਸ ਲੈ ਲਓ, ਇੱਥੇ ਤਾਂ ਪੂਰੇ ਦਾ ਪੂਰੀ ਵਿਵਸਥਾ ਬਦਲਣੀ ਚਾਹੀਦੀ ਆ। ਇਹੋ ਜਿਹੀਆਂ ਵੱਡੀਆਂ ਗੱਲਾਂ ਕਰੇ ਵੀ ਤੇਰਾ ਤਜਰਬਾ ਕੀ ਆ, ਤੇਰੀ ਕੋਈ ਜਗ੍ਹਾ ਹੈ, ਤੇਰੀ ਕੋਈ ਜਥੇਬੰਦੀ ਹੈ, ਤੇਰਾ ਕਿਸਾਨਾਂ 'ਚ ਕੰਮ ਆ, ਤੇਰਾ ਨੌਜਵਾਨਾਂ 'ਚ ਕੰਮ ਆ, ਤੇਰੀ ਕੋਈ ਸਟੂਡੈਂਟ ਯੂਨੀਅਨ ਹੈਗੀ ਆ, ਤੇਰੀ ਕੋਈ ਫਿਲਮ ਵਾਲਿਆਂ ਦੀ ਯੂਨੀਅਨ ਹੈਗੀ ਆ, ਤੇਰੀ ਕੋਈ ਗਵਈਆਂ ਦੀ ਯੂਨੀਅਨ, ਸਿੰਗਰਸ ਦੀ ਹੈਗੀ ਆ, ਕਲਾਕਾਰਾਂ ਦੀ ਯੂਨੀਅਨ ਹੈ ਜਿਹਨੂੰ ਤੂੰ ਰਿਪਰੈਜ਼ੈਂਟ ਕਰਦਾ। ਇਕੱਲਾ ਹੀ ਉੱਠ ਕੇ ਤੂੰ ਆਪਣੇ ਜੋ ਛੱਜ ਬੰਨ੍ਹ ਲਿਆ ਆਪਣੇ ਪਿੱਛੇ ਆਪ ਹੀ, ਔਰ ਉਹਦੇ ਪਿੱਛੇ ਕੁਝ ਢੰਡੋਰਚੀ ਲੱਗ ਗਏ ਉਸ ਨੂੰ ਸਪੋਰਟ ਕਰਨ ਵਾਲੇ, ਔਰ ਚਾਹੁੰਦੇ ਹੋਏ ਹੈ ਕਿ ਇਹ ਸਾਰੀ ਮੂਵਮੈਂਟ ਨੂੰ ਅਸੀਂ ਆਪਣੀ ਮੋਹਰ ਉਹਦੇ 'ਤੇ ਲਾ ਲਈਏ। ਕਿੰਨਾ ਬਚਪਨਾ ਔਰ ਕਿੰਨਾ ਇਹ ਨੈਗੇਟਿਵ ਵਿਚਾਰ ਹੈਗਾ, ਔਰ ਕਿੰਨਾ ਮੂਵਮੈਂਟ ਲਈ ਘਾਤਕ ਸਾਬਤ ਹੋ ਸਕਦਾ ਸੀ। ਬਚਾਅ ਹੋ ਗਿਆ ਇਹ, ਤੇ ਲੋਕਾਂ ਨੇ ਜਾਂ ਉਹਨਾਂ ਹਾਲਾਤਾਂ 'ਚੋਂ ਬਚ ਨਿਕਲੇ, ਪਰ ਕਸਰ ਤੇ ਨਹੀਂ ਸੀ ਛੱਡੀ ਕਿ ਇਸ ਮੂਵਮੈਂਟ ਨੂੰ ਕਿਵੇਂ ਉੱਥੇ ਦਬਾਤਾ ਜਾਏ, ਖਦੇੜਤਾ ਜਾਏ। ਪੂਰੀ ਪਲੈਨਿੰਗ ਮੋਦੀ ਸਰਕਾਰ ਨੇ ਕਰ ਲਈ ਹੋਈ ਸੀ ਕਿ ਕਿਵੇਂ ਅਸੀਂ ਹਮਲਾ ਕਰਨਾ, ਔਰ ਉਹਨਾਂ ਨੇ ਵਿੰਗੇ ਟੇਢੇ ਢੰਗ ਨਾਲ ਕੀਤੇ ਵੀ, ਪਰ ਉਹ ਗੱਲ ਅਲੱਗ ਹੈ ਕਿ ਉਹ ਚੱਲੇ ਨਹੀਂ। ਤਾਂ ਲੱਗਦਾ ਕਿ ਜੋ ਕਿਸਾਨ ਇੱਥੇ ਪੰਜਾਬ 'ਚ ਹੈਗੇ ਨੇ, ਇੱਥੇ ਪੰਜਾਬ 'ਚ ਮੌਜੂਦ ਨੇ, ਦਿੱਲੀ ਬਾਰਡਰ 'ਤੇ ਵੀ ਗਏ ਨੇ, ਦੀਪ ਸਿੱਧੂ ਦੇ ਨਾਂ 'ਤੇ ਕਿਤੇ ਨਾ ਕਿਤੇ ਫਸਦੇ ਜਾਂਦੇ ਨੇ, ਉਲਝਦੇ ਜਾਂਦੇ ਨੇ ਇਸ ਨਾਮ ਨੂੰ ਲੈ ਕੇ ਵੀ ਠੀਕ ਹੈ ਦੀਪ ਸਿੱਧੂ ਸਾਡੇ ਬਾਹਰ ਆਉਣ ਦੋ ਨੂੰ ਅਸੀਂ ਨਵੇਂ ਪ੍ਰੋਗਰਾਮ ਦੇਵਾਂਗੇ, ਕਿਤੇ ਫਸਦੇ ਜਾਂਦੇ ਨੇ। ਸਾਡਾ ਤਾਂ ਮੁੱਦਾ ਅੱਜ ਵੀ 3 ਬਿੱਲ ਨੇ, 3 ਬਿੱਲ ਰੱਦ ਕਰਵਾਉਣ 'ਤੇ ਫਿਰ ਅਸੀਂ ਕਿਸ ਪਾਸੇ ਪੈ ਗਏ ਇੱਧਰ ਨੂੰ? ਮੇਰਾ ਲੱਗਦਾ ਤੁਹਾਨੂੰ ਮੀਡੀਆ ਨੂੰ ਵੀ ਨਾ ਬਾਰ-ਬਾਰ ਉਹਦਾ ਕੋਈ ਨਾਂ ਨਹੀਂ ਲੈਣਾ ਚਾਹੀਦਾ। ਮੈਂ ਤਾਂ ਇਸ ਗੱਲ ਦੇ ਹੱਕ 'ਚ। ਜਦੋਂ ਅਸੀਂ ਬਾਰ-ਬਾਰ ਡਿਸਕਸ ਕਰਦੇ ਹਾਂ ਤਾਂ ਉਹ ਅਗਲੇ ਨੂੰ ਐਵੇਂ ਤਾਂ ਚੜਾਉਣ ਦੀ ਤਾਂ ਗੱਲ ਵਿੱਚ ਹੋ ਹੀ ਜਾਂਦੀ ਹੈ। ਪਤਾ ਨਹੀਂ ਦੀਪ ਸਿੱਧੂ ਕਿਹੜੀ ਵੱਡੀ ਤੋਪ ਆ।
ਉਹ ਇੱਕ ਇੰਡੀਵਿਜੂਅਲ ਆ, ਠੀਕ ਆ, ਨੌਜਵਾਨ ਆ, ਉਹਦੇ 'ਚ ਜੋਸ਼ ਆ, ਭਾਸ਼ਣ ਚੰਗਾ ਦੇ ਸਕਦਾ, ਰਟਾ ਰਟਾਇਆ ਭਾਸ਼ਣ ਵਧੀਆ ਦਿੰਦਾ ਹੈ, ਪਰ ਉਹਦੇ ਵਿੱਚ ਉਸ ਕਿਸਮ ਦੀ ਕਮਿਟਮੈਂਟ ਕਿੱਥੇ ਆ ਜਾਂ ਉਹਦਾ ਤਜਰਬਾ ਕਿੱਥੇ ਹੈ? ਕਈ ਤਾਂ ਨਾਇਕ ਵੀ ਮੰਨਦੇ ਨੇ, ਕੋਈ ਖਲਨਾਇਕ ਮੰਨਦੇ ਨੇ, ਫਿਰ ਦੋ ਪਾਸੇ ਅਸੀਂ ਵੰਡੇ ਹੋਏ ਆ। ਮੰਨੀ ਜਾਣ ਦਿਓ, ਮੰਨਣ 'ਚ ਕੀ ਹੈ? ਜਾਂ ਤੁਸੀਂ ਇਹਨਾਂ ਨੂੰ ਆਪਣੇ ਕੈਮਰੇ ਵਾਲਿਆਂ ਨੂੰ ਆਪਣਾ ਨਾਇਕ ਮੰਨ ਲਓਗੇ, ਤੁਹਾਨੂੰ ਕੋਈ ਰੋਕ ਸਕਦਾ? ਮੰਨੀ ਜਾਣ ਦਿਓ, ਪਰ ਉਹ ਮੂਵਮੈਂਟ ਦਾ ਮੇਨ ਧਾਰਾ ਨਹੀਂ ਹੁੰਦਾ ਹੈਗਾ। ਉਹ ਇੱਕ ਥੋੜ੍ਹੇ ਜਿਹੇ ਲੋਕ ਆ ਜਿਹੜੇ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਖਾਸ ਪਲੈਨਿੰਗ ਦੇ ਤਹਿਤ ਲਾਲਾ ਕਰਵਾਉਂਦੇ ਆ। ਕੋਈ ਦੀਪ ਸਿੱਧੂ ਐਡਾ ਵੱਡਾ ਕੋਈ ਫਨੋਮਨਾ ਨਹੀਂ ਹੈ ਕਿ ਜਿਹਨੂੰ ਅਸੀਂ ਰੋਜ਼ ਲੈ ਕੇ ਡਿਸਕਸ ਕਰੀਏ। ਨਾ ਮੈਂ ਆਪ ਕਦੀ ਬਹੁਤਾ ਕਰਨਾ ਚਾਹੁੰਦਾ। ਮੈਂ ਸਾਰਿਆਂ ਇਹਨਾਂ ਬੰਦਿਆਂ ਨੂੰ, ਜੇ ਦੀਪ ਸਿੱਧੂ ਵੀ ਮਹਿਸੂਸ ਕਰਦਾ ਕਿ ਉਹਨੇ ਬਹੁਤ ਵੱਡੀ ਇਹ ਗਲਤੀ ਕੀਤੀ ਸੀ, ਬਹੁਤ ਵੱਡਾ ਇਹੋ ਜਿਹੇ, ਕੱਲਾ ਦੀਪ ਸਿੱਧੂ ਨਹੀਂ, ਦੀਪ ਸਿੱਧੂ ਦੇ ਮੈਂ ਫਨੋਮਨਾ ਸਮਝਦਾ, ਕੱਲਾ ਐਜ਼ ਪਰਸਨ ਨਾ ਸਮਝੋ। ਜਿਹੜੇ ਵੀ ਉਸ ਤਰੀਕੇ ਨਾਲ ਉਸ ਮਾਮਲਿਆਂ 'ਚ ਇਨਵੋਲਵਡ ਸੀਗੇ ਕਿ ਚਲੋ ਲਾਲ ਕਿਲੇ ਚੱਲੋ, ਉਹਨਾਂ ਨੇ ਇਸ ਸਾਰੀ ਮੂਵਮੈਂਟ ਦਾ, ਖਾਸ ਕਰ ਪੰਜਾਬੀਆਂ ਦਾ, ਐਡਾ ਵੱਡੇ ਕਤਲੇਆਮ ਦਾ ਰਿਸਕ ਲੈ ਲਿਆ ਸੀ, ਜਿਹੜਾ ਰੱਬੋਂ ਮਿਹਰ ਹੋ ਗਈ ਕਿ ਉਹ ਬਚ ਗਏ ਆ। ਨਹੀਂ ਤੇ ਦਿੱਲੀ ਵਾਲੇ ਲੋਕ ਉਸ ਰਾਤ ਇੰਨੇ ਡਰ ਗਏ ਸੀ, ਉਹ ਸਾਰੀ ਰਾਤ ਸੁੱਤੇ ਨਹੀਂ, ਕਿਉਂਕਿ ਪਲੈਨਿੰਗ ਸਰਕਾਰ ਵੱਲੋਂ ਇਹ ਸੀ ਕਿ ਜੇ ਇੱਕ ਵਾਰੀ ਇੰਜੇ ਕਰਦੇ ਆ, ਉਹ ਚਾਹੁੰਦੇ ਸੀ ਕਿ ਇਹੋ ਜਿਹਾ ਕੁਛ ਹੋਵੇ, ਫਿਰ ਅਸੀਂ ਇਹਨਾਂ ਨੂੰ ਇੱਥੋਂ ਖਦੇੜ ਦਈਏ, ਭਾਵੇਂ ਆਰਮੀ ਲਿਆਉਣੀ ਪਵੇ, ਭਾਵੇਂ ਕੁਛ ਕਰਨਾ ਪਏ, ਅਤੇ ਵਿੱਚ ਹੀ ਬਾਕੀ ਦੇ ਜਿਹੜੇ ਸਮੁਦਾਇ ਹੈਗੇ ਆ, ਖਾਸ ਕਰ ਹਿੰਦੂ ਬਹੁ ਗਿਣਤੀ, ਉਹਨਾਂ ਨੂੰ ਭੜਕਾ ਕੇ ਕਿ ਤਿਰੰਗੇ ਨੂੰ ਫੂਕਤਾ ਜਾਂ ਆਹ ਕਰਤਾ ਜਾਂ ਉਹਦੀ ਬੇਅਦਬੀ ਹੋ ਗਈ, ਉਹਨਾਂ ਨੂੰ ਸੈਂਟੀਮੈਂਟ ਕਰਕੇ ਇਹਨਾਂ ਦੇ ਵਿਰੁੱਧ ਕੀਤਾ ਜਾਏ। ਚੰਗੀ ਗੱਲ ਇਹ ਹੋਈ ਹੈ ਕਿ ਆਪਾਂ ਉਹਦੇ 'ਚੋਂ ਬਚ ਨਿਕਲੇ ਹਾਂ। ਉਸ ਚੈਪਟਰ ਦੇ ਉੱਤੇ ਆਪਾਂ ਮਿੱਟੀ ਪਾਈਏ, ਪਰ ਗਾਂਹ ਤੋਂ ਸਾਨੂੰ ਸਿੱਖਣਾ ਚਾਹੀਦਾ, ਕੋਈ ਵੀ ਜਿਹੜਾ ਹੋਰ ਵੀ ਸਾਡਾ ਬਸ਼ਿੰਦਾ, ਕਿ ਸਾਂਝੇ ਪਲੇਟਫਾਰਮ ਨੂੰ ਬਿਨਾਂ ਨਾਲ ਲਿਆਂ ਅਸੀਂ ਜੇ ਕੋਈ ਆਪਣੀ ਅਲੱਗ ਢਾਈਪਾ ਖਿਚੜੀ ਅਲੱਗ ਪਕਾਵਾਂਗੇ ਜਾਂ ਅਲੱਗ ਕੋਈ ਤੂਤੀ ਵਜਾਵਾਂਗੇ ਤਾਂ ਉਹਦੇ 'ਚੋਂ ਚੰਗਾ ਰਾਗ ਨਹੀਂ ਨਿਕਲਦਾ। ਮੇਰਾ ਇੱਕ ਆਖਰੀ ਸਵਾਲ ਹੈ ਕਿ ਹੁਣ ਵੀ ਕੋਈ ਵਿਅਕਤੀ ਕਹਿ ਨੇ ਕਿ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਬਾਬਾ ਨਹੀਂ ਡਿਸਕਸ ਕਰਨਾ ਚਾਹੀਦੀ ਇਸ ਨਾਮ ਨੂੰ ਤਾਂ ਡਿਸਕਸ ਕੀਤਾ ਜਾ ਰਿਹਾ ਕਿਉਂਕਿ ਨਾ ਹਾਲੇ ਵੀ ਕਿਤੇ ਨਾ ਕਿਤੇ ਇਹਨਾਂ ਦੇ ਹੱਕ ਵਿੱਚ ਵੀ ਰੈਲੀਆਂ ਹੋ ਰਹੀਆਂ ਨੇ। ਮੈਂ ਮਸੂਆਣਾ ਦਾ ਜ਼ਿਕਰ ਕੀਤਾ ਜਾਂ ਹੋਰ ਵੀ ਅਲੱਗ-ਅਲੱਗ ਜਗ੍ਹਾ 'ਤੇ ਰੈਲੀਆਂ ਹੋ ਰਹੀਆਂ ਨੇ। ਫਿਰ ਪੰਜਾਬ ਦੇ ਲੋਕ ਇਹ ਚੀਜ਼ ਸਮਝਦੇ ਨੇ ਕਿ ਵਾਕਈ ਅਸੀਂ ਦੋ ਹਿੱਸਿਆਂ 'ਚ ਵੰਡੇ ਗਏ ਹਾਂ, ਇੱਕ ਜਥੇਬੰਦੀਆਂ ਦੇ ਹਿੱਸੇ ਦੇ ਵਿੱਚ, ਦੂਜੇ ਦੀਪ ਸਿੱਧੂ ਦੇ ਹਿੱਸੇ ਵਿੱਚ ਵੰਡੇ ਜਾ ਰਹੇ ਹਾਂ, ਕਿ ਸਾਨੂੰ ਇਹ ਵੰਡਣਾ ਨਹੀਂ ਚਾਹੀਦਾ ਕਿਉਂਕਿ ਸਾਡਾ ਇੱਕੋ ਹੀ ਨਿਸ਼ਾਨਾ ਹੋਣਾ ਚਾਹੀਦਾ ਵੀ 3 ਬਿੱਲ ਕਿਵੇਂ ਰੱਦ ਹੋਣੇ ਨੇ। 26 ਨਵੰਬਰ ਨੂੰ ਜੋ ਅਸੀਂ ਗੱਲ ਕਹਿ ਕੇ ਗਏ ਸੀ ਕਿ ਵਾਕਈ ਅਸੀਂ ਉਸ ਚੀਜ਼ ਤੇ ਖੜੇ ਹਾਂ ਵੀ ਉਸ ਜੋ ਜਥੇਬੰਦੀਆਂ ਕਹਿਣਗੇ 32 ਅਸੀਂ ਉਹਦੇ ਤਹਿਤ ਹੀ ਕੰਮ ਕਰਨਾ ਜਾਂ ਉਹਨਾਂ ਦੇ ਹੇਠਾਂ ਹੀ ਰਹਿਣਾ। ਪੰਜਾਬ ਦੇ ਲੋਕ ਬੜੇ ਸਿਆਣੇ ਆ, ਕੋਈ ਵੰਡੇ ਨਹੀਂ ਜਾਣਗੇ। ਵੰਡੀਆਂ ਜਿਹੜੀਆਂ ਪਈਆਂ ਹੋਈਆਂ ਸੀ ਉਹ ਖਤਮ ਹੋਈਆਂ। ਮੈਂ ਤਾਂ ਕੱਲ੍ਹ ਇੱਕ ਵਕੀਲ ਨੂੰ ਪੁੱਛਿਆ ਤੇਰਾ ਕੀ ਹਾਲ, ਕਹਿੰਦਾ ਬੜਾ ਮਾੜਾ। ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਲੋਕ ਲੜਦੇ ਹੀ ਨਹੀਂ ਹੁਣ। ਲੋਕਾਂ ਦੇ ਜਿਹੜੇ ਇੰਨੇ ਮਾਮਲੇ ਸੀਗੇ, ਕਿਸੇ ਕਿਸਮ ਦੀਆਂ ਛੋਟੀ ਗੱਲਾਂ ਤੋਂ ਇੱਕ ਦੂਜੇ ਦਾ ਚੱਲ ਵਕੀਲ ਕੋ ਚੱਲ, ਮੈਂ ਤੈਨੂੰ ਕੋਰਟ 'ਚ ਦੇਖੂ, ਉਹ ਸਾਰਾ ਕੁਝ ਆਪਸੀ ਲੜਾਈਆਂ ਝਗੜੇ ਖਤਮ ਹੋ ਕੇ ਇੰਨਾ ਇੱਕ ਵੱਡਾ ਮਹਾਜ ਅਤੇ ਇੱਕ ਨਵੀਂ ਚੁਣੌਤੀ ਦੇ ਵਿੱਚ ਲੋਕ ਇੱਕ ਨਵੇਂ ਮਹਾਯੁੱਧ ਦੇ ਵਿੱਚ, ਇਤਿਹਾਸਿਕ ਯੁੱਧ ਵਿੱਚ ਸ਼ਾਮਲ ਹੋਏ ਆ। ਉਹਦੇ 'ਚ ਜੇ ਥੋੜ੍ਹੇ ਲੋਕ ਇਹੋ ਜਿਹੀਆਂ ਕੋਸ਼ਿਸ਼ਾਂ ਕਰਦੇ, ਉਹ ਹਮੇਸ਼ਾ ਹੁੰਦੀਆਂ। ਨਾ ਸਾਨੂੰ ਕੋਈ ਉੱਧਰ ਬਹੁਤੀ ਤਵੱਜੋ ਦੇਣੀ ਚਾਹੀਦੀ ਆ, ਨਾ ਸਾਨੂੰ ਕੋਈ ਉਹਨਾਂ ਤੋਂ ਘਬਰਾਉਣਾ ਚਾਹੀਦਾ, ਕਿਉਂਕਿ ਜੋ ਮੇਨ ਸਟਰੀਮ ਜੇ ਐਡੇ ਵੱਡੇ ਉਦੋਂ ਝਟਕੇ ਨੂੰ ਇਹ ਮੂਵਮੈਂਟ ਬਰਦਾਸ਼ਤ ਕਰਕੇ ਦੁਬਾਰਾ ਪੈਰਾਂ 'ਤੇ ਖੜੀ ਹੋ ਸਕਦੀ ਆ, ਬਾਊਂਸ ਬੈਕ ਹੋ ਸਕਦੀ ਹੈ, ਤਾਂ ਹੁਣ ਉਦੋਂ ਅੱਗੇ ਉਹਨੂੰ ਕੋਈ ਰੋਕਣ ਵਾਲਾ ਨਹੀਂ। ਮੈਂ ਕੱਲ੍ਹ ਹੀ ਖਟਕੜ ਕਲਾਂ ਦੀ ਵੱਡੀ ਰੈਲੀ ਤੋਂ ਬੋਲ ਕੇ ਆਇਆ। ਉੱਥੇ ਸਾਰੇ ਹੋਰ ਵੀ ਲੀਡਰ ਸਾਹਿਬਾਨ ਆਏ ਹੋਏ ਸੀਗੇ, ਨਿਹੰਗ ਜਥੇਬੰਦੀਆਂ, ਹੋਰ ਸਾਧੂ ਸੰਤ ਵੀ ਆਏ ਹੋਏ ਸੀਗੇ। ਉੱਥੇ ਜਿੱਡੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਅਤੇ ਬੀਬੀਆਂ ਸ਼ਾਮਲ ਹੋਈਆਂ। ਇਉਂ ਲੱਗਦਾ ਕਿ ਹੁਣ ਅਸੀਂ ਪਹਿਲਾਂ ਨਾਲੋਂ ਵੀ ਬਹੁਤ ਵੱਡੇ ਪੱਧਰ 'ਤੇ ਇੱਕ ਮਜ਼ਬੂਤ ਅਤੇ ਵਿਸ਼ਾਲ ਏਕੇ ਨੂੰ ਪੰਜਾਬ ਦੇ ਵਿੱਚ ਕਾਮਯਾਬ ਕਰਨ ਵਿੱਚ। ਲੱਗਦਾ ਕਿ ਸਿਆਸੀ ਪਾਰਟੀ ਚੱਲੇਗੀ ਦੀਪ ਸਿੱਧੂ ਨੂੰ, ਜੇ ਕੱਲ੍ਹ ਨੂੰ ਬਾਹਰ ਆ ਜਾਂਦੇ ਨੇ ਕੋਈ ਨਾਲ ਲੈ ਲੂਗਾ ਕਿ ਸਿਆਸੀ ਪਾਰਟੀ ਚੱਲੂਗੀ ਦੀਪ ਸਿੱਧੂ ਨੂੰ? ਨਹੀਂ, ਉਹ ਆਪਣੀ ਬਣਾ ਲੂਗਾ ਅਤੇ ਉਹਦੀ ਤੁਣਕਣੀ ਵਜਾਈ ਜਾਂਦਾ ਹੈ। ਜਿਵੇਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣਾ ਲੱਗੇ ਹੀ ਆ, ਬਥੇਰੇ ਲੱਗੇ ਆ। ਉਹ ਇੱਕ ਵਾਰੀ ਅੰਮ੍ਰਿਤਸਰ ਲੜੇ ਸੀਗੇ, ਪਿਛਲੀ ਵਾਰੀ ਮੇਰੇ ਖਿਆਲ ਪਿਛਲੀ ਤੋਂ ਪਿਛਲੀਆਂ ਚੋਣਾਂ ਸੀ 20,000 ਵੋਟਾਂ ਪਈਆਂ ਸੀ, ਫਿਰ ਵੀ 20,000 ਤੇ ਬੰਦੇ ਥੋੜ੍ਹੇ ਨਹੀਂ ਹੁੰਦੇ ਬੰਦੇ ਪਿੱਛੇ ਪਾਰਲੀਮੈਂਟ ਦੀਆਂ ਚੋਣਾਂ 'ਚ। ਅਤੇ ਇਸ ਤਰੀਕੇ ਨਾਲ ਇਹਨੂੰ ਵੀ ਕੁਝ ਨਾ ਕੁਝ ਵੋਟਾਂ ਪੈ ਜਾਣਗੀਆਂ ਜਿਹੜੇ ਰੈਲੀਆਂ 'ਚ ਜਾਂਦੇ ਵੋਟਾਂ। ਔਰ ਇਹ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ ਕਿ ਇੱਥੇ ਹਰ ਬੰਦਾ ਆਪਣੀ ਪਾਰਟੀ ਬਣਾ ਸਕਦਾ, ਇੱਕ ਬੰਦਾ 2 ਪਾਰਟੀਆਂ ਵੀ ਬਣਾ ਸਕਦਾ, ਇਹ ਵੀ ਕੁਝ ਕਰ ਲੈਣ। ਤੁਸੀਂ ਸਾਰੀ ਗੱਲਬਾਤ ਸੁਣੀ। ਸਾਡੇ ਨਾਲ ਮੌਜੂਦ ਸਨ ਪ੍ਰੋਫੈਸਰ ਮਨਜੀਤ ਸਿੰਘ। 32 ਜਥੇਬੰਦੀਆਂ, ਜਦੋਂ ਅਸੀਂ 26 ਨਵੰਬਰ ਨੂੰ ਇੱਥੋਂ ਗਏ ਸੀ, 32 ਜਥੇਬੰਦੀਆਂ ਦੇ ਹੁਕਮ ਦੇ ਨਾਲ ਹੀ ਅਸੀਂ ਰਹਿਣਾ ਸੀ। ਇਹ ਜਦੋਂ ਅਸੀਂ ਚੱਲੇ ਸੀ ਪੰਜਾਬ 'ਚ, ਸਾਰੇ ਨੇ ਫੈਸਲਾ ਕੀਤਾ ਸੀ। ਪਰ ਫਿਰ ਅੱਜ ਅਲੱਗ-ਅਲੱਗ ਤਰੀਕੇ ਦੇ ਨਾਲ ਕਿਉਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਵੀ ਕਿਤੇ ਨਾ ਕਿਤੇ ਸਵਾਲ ਜਾਂ ਨਿਸ਼ਾਨ ਨੇ। ਤੁਸੀਂ ਸਾਡੇ ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ। ਅਸੀਂ ਪਲ ਪਲ ਦੀ ਖਬਰ ਤੁਹਾਨੂੰ ਲਗਾਤਾਰ ਹੀ ਦਿੰਦੇ ਰਹਾਂਗੇ।